ਗੁਰਤੇਜ ਸਿੰਘ ਨੇ ਲਿਖਿਆ ਹੈ, ਬਾਬਾ ਜੀ ਜਦ ਤੱਕ ਸਮਰਪਣ ਕਰਨ ਵਾਲਾ ਹੈ ਉਹ ਜਾਣ ਰਿਹਾ ਹੈ ਮੈਂ ਸਮਰਪਣ ਕੀਤਾ, ਉਦੋਂ ਤੱਕ ਕਾਹਦਾ ਸਮਰਪਣ। ਉਹ ਤਾਂ ਫਿਰ ਖੜਾ ਹੈ, ਇਹ ਤਾਂ ਸਮਰਪਣ ਨਹੀਂ। ਜਦੋਂ ਇਹ ਵੀ ਪਤਾ ਨਾ ਰਹੇ ਕਿ ਮੈਂ ਸਮਰਪਣ ਕੀਤਾ, ਉਦੋਂ ਸਮਰਪਣ ਹੈ। ਫਿਰ ਐਸਾ ਕਿਵੇਂ ਹੋਵੇ ਬਾਬਾ ਜੀ। ਮੇਰੀ ਹੁਣ ਤੱਕ ਦੀ ਖੋਜ ਵਿੱਚ ਤੁਸੀਂ ਬਾਬਾ ਜੀ ਸਿੱਖ ਜਗਤ ਵਿੱਚ ਪਹਿਲੇ ਹੋ ਜੋ ਅਜਿਹੇ ਡੂੰਘੇ ਅਧਿਆਤਮਿਕ ਵਿਸ਼ਿਆਂ 'ਤੇ ਬੋਲ ਰਹੇ। ਇਸ ਤੋਂ ਪਹਿਲਾਂ ਕੋਈ ਵੀ ਨਹੀਂ ਬੋਲੇ। ਬਸ ਬਾਬਾ ਜੀ ਛੇਤੀ ਕਿਰਪਾ ਕਰਨੀ, ਸਮਾਂ ਨਹੀਂ ਹੈ, ਪਲ ਪਲ ਹੱਥੋਂ ਜਾ ਰਿਹਾ ਹੈ। ਇਹ ਗੱਲ ਬਿਲਕੁਲ ਠੀਕ ਹੈ। ਜਦੋਂ ਤੱਕ ਪਤਾ ਲੱਗੇ ਕਿ ਮੈਂ ਸਮਰਪਣ ਕੀਤਾ ਹੈ, ਤੇ ਸਮਝ ਲੈਣਾ ਚਾਹੀਦਾ ਹੈ ਵੀ ਅਜੇ ਸਮਰਪਣ ਹੋਇਆ ਨਹੀਂ, ਕਿਉਂਕਿ ਮੈਂ ਤੇ ਪਿੱਛੇ ਖੜੀ ਹੈ ਨਾ। ਹਾਂ, ਮੈਂ ਕੀਤਾ ਹੈ। ਫਿਰ ਦੂਸਰੀ ਗੱਲ ਵੀ ਇਹਦੇ ਪਿੱਛੇ ਹੀ ਆ ਜਾਂਦੀ ਹੈ ਵੀ ਮੈਂ ਪਾਇਆ ਹੈ, ਭਾਵ ਕਿ ਮੈਂ ਕੁਛ ਕਰ ਰਿਹਾ ਹਾਂ। ਕਰਤਾਪਨ ਆ ਗਿਆ ਨਾ, ਮੈਂ ਆ ਗਈ, ਹਾਂ ਆ ਗਈ। ਮੈਂ ਕੁਝ ਪਾਇਆ ਹੈ। ਉਹ ਭਾਵੇਂ ਸਾਧਨਾ ਕਰਕੇ ਪਾਇਆ ਹੋਵੇ, ਜਪ ਤਪ ਕਰਕੇ ਪਾਇਆ ਹੋਵੇ, ਜਾਂ ਸਮਰਪਣ ਕਰਕੇ ਪਾਇਆ ਹੋਵੇ। ਅਗਰ ਖਿਆਲ ਹੈ ਨਾ ਵੀ ਮੈਂ ਕੁਝ ਪਾਇਆ ਹੈ ਕੁਛ ਕਰਕੇ, ਤੇ ਸਮਝ ਲੈਣਾ ਚਾਹੀਦਾ ਹੈ ਇਹ ਸਮਰਪਣ ਨਹੀਂ, ਇਹ ਸਾਧਨਾ ਦੀ ਸਿੱਧੀ ਨਹੀਂ। ਸਾਧਨਾ ਦੀ ਸਿੱਧੀ ਉਦੋਂ ਹੁੰਦੀ ਹੈ ਜਦੋਂ ਕਰਤਾਪਨ ਖੋ ਜਾਂਦਾ ਹੈ, ਕਰਨ ਵਾਲਾ ਖੋ ਜਾਂਦਾ ਹੈ। ਤੇ ਜਦੋਂ ਕਰਨ ਵਾਲਾ ਖੋ ਜਾਂਦਾ ਹੈ, ਫਿਰ ਉਹ ਕੁਛ ਕਰਦਾ ਨਹੀਂ ਹੈ, ਕਿਉਂਕਿ ਕਰਨ ਵਾਲਾ ਰਿਹਾ ਹੀ ਨਹੀਂ। ਇਵੇਂ ਹੀ ਸਮਰਪਣ ਵਿੱਚ ਹੈ। ਜਿੰਨਾ ਚਿਰ ਕਰਨ ਵਾਲਾ ਮੌਜੂਦ ਹੈ, ਓਨਾ ਚਿਰ ਸਮਰਪਣ ਨਹੀਂ। ਜਦੋਂ ਸਮਰਪਣ ਹੋ ਗਿਆ ਨਾ, ਫਿਰ ਕਰਨ ਵਾਲਾ ਨਹੀਂ ਰਹਿ ਜਾਣਾ। ਜਿਹਦੇ ਦੁਆਰਾ ਸਮਰਪਣ ਹੁੰਦਾ ਹੈ, ਫਿਰ ਉਹਦੇ ਨਾਲ ਏਕਤਾ ਦਾ ਅਨੁਭਵ ਹੁੰਦਾ ਹੈ। ਭਾਵ ਕਿ ਜਦੇ ਅੱਗੋਂ ਮੈਂ ਸਮਰਪਣ ਕਰ ਰਿਹਾ ਹਾਂ, ਉਹ ਤਾਂ ਪਹਿਲਾਂ ਹੀ ਸਮਰਪਿਤ ਹੈ। ਤੁਸੀਂ ਇਉਂ ਸਮਝ ਲਵੋ ਕਿ ਸਮਰਪਣ ਕਰਨ ਦੀ ਇੱਕ ਸਾਧਨਾ ਹੈ, ਜਿਹਨੂੰ ਭਗਤੀ ਕਿਹਾ ਹੈ। ਇਹ ਸਾਧਨਾ ਵੀ ਪ੍ਰੇਮ ਤੇ ਸ਼ਰਧਾ ਦੁਆਰਾ ਹੌਲੀ ਹੌਲੀ ਹੁੰਦੀ ਹੈ। ਇੱਕਦਮ ਕੋਈ ਸਮਰਪਿਤ ਨਹੀਂ ਹੋ ਜਾਂਦਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਸਮਰਪਣ ਵੀ ਇੱਕ ਸਾਧਨਾ ਹੈ।
ਤੇ ਇਹ ਸਾਧਨਾ ਜਾਗਰਤ ਪੁਰਸ਼ਾਂ ਦੇ ਕੋਲ ਹੀ ਘਟਦੀ ਹੈ, ਸੁੱਤੇ ਹੋਇਆਂ ਦੇ ਕੋਲ ਨਹੀਂ ਹੁੰਦੀ। ਤੇ ਜਾਗਰਤ ਪੁਰਸ਼ ਹੀ ਇਸ ਸਾਧਨਾ ਦੁਆਰਾ ਸਾਧਕਾਂ ਦੀ ਮੈਂ ਨੂੰ ਮਿਟਾਉਂਦੇ ਹਨ। ਜਿਵੇਂ ਕੋਈ ਸਾਧਨਾ ਕਰਦਾ ਹੈ, ਧਿਆਨ ਕਰਦਾ ਹੈ, ਯੋਗ ਕਰਦਾ ਹੈ, ਬਹੁਤ ਤਰ੍ਹਾਂ ਦੀ ਸਾਧਨਾ ਹੈ। ਤੇ ਸਾਧਨਾ ਕਰਨ ਵਾਲੇ ਨੂੰ ਤੁਸੀਂ ਪੁੱਛੋ ਕਿਉਂ ਕਰ ਰਿਹਾ, ਅਗਰ ਤੇ ਉਹ ਕੋਈ ਜਵਾਬ ਦਿੰਦਾ ਹੈ ਵੀ ਮੈਂ ਇਸ ਕਾਰਨ ਕਰ ਰਿਹਾ, ਤੇ ਫਿਰ ਤੇ ਉਹ ਦੁਨਿਆਵੀ ਹੈ ਸਾਧਨਾ। ਤੇ ਸਾਧਨਾ ਉਹ ਹੀ ਸਾਧਨਾ ਹੈ ਜਿਹੜੀ ਸਾਧਨਾ ਦੇ ਵਿੱਚ ਹਉ ਨੂੰ ਮਿਟਾਇਆ ਜਾਵੇ। ਮੈਨੂੰ ਹੀ ਮਿਟਾਉਣਾ ਹੈ ਨਾ, ਹਉਮੈ ਦੀਰਘ ਰੋਗ ਹੈ, ਇਹੋ ਹੀ ਵੱਡਾ ਰੋਗ ਹੈ ਨਾ, ਇਹਨੂੰ ਹੀ ਮਿਟਾਉਣਾ ਹੈ। ਅਗਰ ਸਾਧਨਾ ਕਰਕੇ ਵੀ ਵੱਧ ਰਿਹਾ ਹੈ ਵੀ ਮੈਂ ਕੁਛ ਸਾਧਨਾ ਕਰ ਰਿਹਾ ਹਾਂ, ਕੁਛ ਪਾਉਣ ਵਾਸਤੇ, ਕੁਛ ਹੋਣ ਵਾਸਤੇ, ਕੁਛ ਸਿੱਧੀ ਮਿਲੂਗੀ, ਕੁਛ ਲੋਕ ਜਾਣਨਗੇ, ਫਿਰ ਤਾਂ ਸੰਸਾਰੀ ਹੈ ਨਾ, ਉਹ ਤਾਂ ਸੰਸਾਰ 'ਚੋਂ ਹੀ ਚਾਹ ਰਿਹਾ ਹੈ ਨਾ ਕੁਛ ਹੰਕਾਰ ਦੀ ਤ੍ਰਿਪਤੀ। ਤੇ ਆਪਣੇ ਆਪ ਸਾਧਨਾ ਕਰਨ ਵਾਲੇ 99% ਲੋਕ ਭਟਕਦੇ ਹਨ। ਇਸ ਕਰਕੇ ਦਇਆ ਕਰਕੇ ਜਾਗਰਤ ਪੁਰਸ਼ ਨੂੰ ਕਹਿਣਾ ਪੈਂਦਾ ਹੈ ਤੁਸੀਂ ਸਮਰਪਣ ਕਰ ਲਓ। ਫਿਰ ਸਮਰਪਣ ਦਾ ਬਹੁਤ ਹੀ ਸੁਖਾਲਾ ਮਾਰਗ ਹੈ। ਸਾਧਕ ਨੂੰ ਕੁਛ ਨਹੀਂ ਕਰਨਾ ਪੈਂਦਾ, ਸਿਰਫ ਸਮਰਪਣ ਹੀ। ਕੋਈ ਸਾਧਨਾ ਨਹੀਂ, ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਵਿਧੀ ਨਹੀਂ, ਕੋਈ ਵਿਧਾਨ ਨਹੀਂ। ਖਿਆਲ ਵਿੱਚ ਰੱਖਿਓ ਇਹ ਗੱਲ, ਭਗਤੀ ਮਾਰਗ ਦੇ ਵਿੱਚ ਕੋਈ ਵਿਧੀ ਵਿਧਾਨ ਨਹੀਂ ਹੁੰਦਾ ਹੈ। ਭਗਤੀ ਮਾਰਗ ਦੇ ਵਿੱਚ ਭਾਵਨਾ ਦੁਆਰਾ ਸਮਰਪਣ ਹੁੰਦਾ ਹੈ। ਇਹੋ ਹੀ ਸਾਰਿਆਂ ਨੂੰ ਵੱਡੀ ਵਿਧੀ ਹੈ। ਫਿਰ ਧਿਆਨ ਯੋਗ ਦੇ ਵਿੱਚ ਜਿੱਧਰ ਜਿੱਧਰ ਧਿਆਨੀ ਦਾ ਮਨ ਭਟਕਦਾ ਹੈ, ਭਾਵ ਕਿ ਜਿਹੜੀ ਚੀਜ਼ ਰੁਕਾਵਟ ਬਣਦੀ ਹੈ ਉਹਨੂੰ ਉਹ ਛੱਡੇਗਾ ਤਾਂ ਹੀ ਧਿਆਨ ਦੇ ਵਿੱਚ ਗਹਿਰਾਈ ਆਵੇਗੀ ਨਾ। ਇੱਦਾਂ ਹੀ ਸਮਰਪਣ ਹੈ। ਤੇ ਸਮਰਪਣ ਵਿੱਚ ਰੁਕਾਵਟਾਂ ਕਿਹੜੀਆਂ ਕਿਹੜੀਆਂ ਹਨ, ਇਹ ਥੋੜ੍ਹਾ ਜਿਹਾ ਖਿਆਲ ਕਰੋ। ਜਦੋਂ ਸਮਰਪਣ ਬਾਰੇ ਕਿਹਾ ਜਾਂਦਾ ਹੈ ਤੇ ਜ਼ਿਆਦਾਤਰ ਸਾਧਕਾਂ ਦਾ ਇਹੋ ਹੀ ਖਿਆਲ ਹੁੰਦਾ ਹੈ ਵੀ ਸਾਨੂੰ ਸਮਰਪਣ ਕਰਨ ਵਾਸਤੇ ਕਿਹਾ ਜਾ ਰਿਹਾ ਹੈ, ਵੀ ਕੋਈ ਸਾਨੂੰ ਸਮਰਪਣ ਕਰਵਾ ਰਿਹਾ ਹੈ, ਅਸੀਂ ਕਿਸੇ ਅੱਗੇ ਸਮਰਪਿਤ ਕਿਉਂ ਹੋਈਏ। ਇੱਥੋਂ ਸਾਰਿਆਂ ਨੂੰ ਵੱਡੀ ਭੁੱਲ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜਾ ਕਹਿਣ ਵਾਲਾ ਹੈ ਉਹ ਇਹ ਨਹੀਂ ਕਹਿ ਰਿਹਾ ਹੈ ਵੀ ਮੇਰੇ ਅੱਗੋਂ ਸਮਰਪਿਤ ਹੋਣਾ ਹੈ, ਉਹ ਇਹ ਕਹਿ ਰਿਹਾ ਹੈ ਮੈਂ ਇੱਕ ਸਾਧਨ ਹਾਂ, ਮੈਂ ਤੁਹਾਡੇ ਸਮਰਪਣ ਹੋਣ ਵਿੱਚ ਸਹਿਯੋਗੀ ਹਾਂ, ਜਾਂ ਕਹਿ ਲਓ ਵੀ ਮਿਟਣ ਵਿੱਚ ਸਹਿਯੋਗੀ ਹਾਂ। ਮਿਟਣਾ ਹੈ, ਸਮਰਪਣ ਦਾ ਭਾਵ ਹੁੰਦਾ ਮਿਟਣਾ। ਤੁਸੀਂ ਆਪਣਾ ਆਪ ਗਵਾਉਣਾ ਹੈ, ਗਵਾਉਣ ਵਿੱਚ ਸਹਿਯੋਗੀ ਹਾਂ। ਆਪ ਗਵਾਈਏ ਤਾਂ ਸਹੁ ਪਾਈਏ। ਅਗਰ ਸਹੁ ਨੂੰ ਪਾਉਣਾ ਹੈ ਤੇ ਗਵਾਉਣਾ ਹੈ। ਤੇ ਚਤਰਾਈ ਨਹੀਂ ਇੱਥੇ ਕੰਮ ਆਵੇਗੀ, ਸਿਆਣਪ ਨਹੀਂ। ਤੇ ਇਹ ਦੂਸਰੀ ਸਾਰਿਆਂ ਨੂੰ ਵੱਡੀ ਰੁਕਾਵਟ ਹੈ, ਚਤਰਾਈ। ਸਿਆਣਪ, ਸਮਝ, ਅਕਲ, ਗਿਆਨ ਕਹਿ ਲਓ, ਜਿਹੜਾ ਤੁਹਾਨੂੰ ਦੁਨੀਆ ਵੱਲੋਂ ਜਾਂ ਧਾਰਮਿਕ ਲੋਕਾਂ ਵੱਲੋਂ ਮਿਲਿਆ ਹੋਇਆ ਹੈ, ਉਹ ਹੈ ਰੁਕਾਵਟ। ਉਹ ਰੋਕ ਲੈਂਦਾ ਹੈ ਵੀ ਸਾਡੇ ਧਰਮ ਦੇ ਵਿੱਚ ਕਿਸੇ ਅੱਗੋਂ ਝੁਕਣਾ ਨਹੀਂ ਸਿਖਾਇਆ ਗਿਆ ਹੈ। ਦੱਸੋ
ਇਹ ਸਾਰਿਆਂ ਨੂੰ ਵੱਡੀ ਬੇਵਕੂਫੀ ਹੈ ਧਾਰਮਿਕ ਲੋਕਾਂ ਦੀ। ਬਾਬੇ ਨਾਨਕ ਨੇ ਸ਼ੁਰੂ ਹੀ ਇੱਥੋਂ ਕੀਤਾ ਹੈ, ਝੁਕਣਾ ਹੈ ਨਿਵੇਂ ਸੋ ਗੌਰਾ ਹੋਏ। ਤੇ ਮੂੜ ਲੋਕ ਕਹਿੰਦੇ ਝੁਕਣਾ ਨਹੀਂ, ਆਕੜੇ ਰਹਿਣਾ ਹੈ। ਤੇ ਐਸੀਆਂ ਮੂੜਤਾ ਦੀਆਂ ਗੱਲਾਂ ਧਾਰਮਿਕ ਲੋਕਾਂ ਦੀਆਂ ਜਿਹੜਾ ਪੱਲੇ ਬੰਨ੍ਹ ਲੈਂਦਾ ਹੈ, ਉਹ ਫਿਰ ਸਮਰਪਣ ਨਹੀਂ ਕਰ ਪਾਉਂਦਾ ਹੈ। ਫਿਰ ਅਗਲੀ ਜੋ ਬਹੁਤ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਮੌਜੂਦੇ ਸਮੇਂ ਦੇ ਵਿੱਚ ਸਤਿਪੁਰਸ਼ ਹੈ, ਜਿਹਦੇ ਅੱਗੋਂ ਸਮਰਪਿਤ ਹੋਣਾ ਹੈ, ਅਗਰ ਉਹਨੂੰ ਬਾਹਰੋਂ ਦੇਖ ਕੇ ਕੋਈ ਸਮਰਪਣ ਹੋਣਾ ਚਾਹੇਗਾ, ਉਹਦੇ ਕਰਮ ਦੇਖ ਕੇ, ਤਾਂ ਵੀ ਸਮਰਪਣ ਨਹੀਂ ਹੋਵੇਗਾ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਕਿਉਂਕਿ ਬਾਹਰ ਉਹ ਵੀ ਝੂਠ ਦੇ ਵਿੱਚ ਹੀ ਹੈ। ਤੇ ਜਿਹੜਾ ਵੀ ਉਹਨਾਂ ਨਾਲ ਪਹਿਲੇ ਜੁੜਦਾ ਹੈ, ਉਹ ਬਾਹਰ ਹੀ ਦੇਖਦਾ ਹੈ ਨਾ। ਜਿਵੇਂ ਸਮਝ ਲਵੋ ਤੁਸੀਂ, ਜ਼ਿਆਦਾਤਰ ਦੁਨਿਆਵੀ ਆਦਮੀ ਦੀ ਇੱਕ ਸਾਰਿਆਂ ਨੂੰ ਵੱਡੀ ਗਲਤੀ ਹੁੰਦੀ ਹੈ ਕਿ ਉਹ ਜਿਹਨੂੰ ਵੀ ਪਹਿਲ ਮਿਲਦਾ ਹੈ, ਉਹਨੂੰ ਬਾਹਰੋਂ ਜਾਣਨਾ ਚਾਹੁੰਦਾ ਹੈ। ਅਕਸਰ ਤੁਸੀਂ ਇੱਦਾਂ ਹੀ ਕਰਦੇ ਹੋ, ਖਿਆਲ ਵਿੱਚ ਰੱਖੋ, ਥੋੜ੍ਹਾ ਜਿਹਾ ਖਿਆਲ ਕਰੋ ਵੀ ਜਦੋਂ ਤੁਸੀਂ ਕਿਸੇ ਨੂੰ ਵੀ ਮਿਲਦੇ ਹੋ ਤਾਂ ਉਹਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕਰਦੇ ਹੋ ਵੀ ਪਿੱਛੇ ਬੰਦਾ ਕੈਸਾ ਸੀ, ਉਹਦੇ ਬਾਰੇ ਪੁੱਛਦੇ ਹੋ, ਜਾਣਕਾਰੀ ਹਾਸਿਲ ਕਰਦੇ ਹੋ। ਅਤੇ ਜੋ ਵੀ ਤੁਹਾਨੂੰ ਜਾਣਕਾਰੀ ਬਾਹਰੋਂ ਮਿਲਦੀ ਹੈ ਉਹਦੇ ਪਿਛੋਕੜ ਬਾਰੇ, ਉਹਦੇ ਆਧਾਰ 'ਤੇ ਹੀ ਤੁਸੀਂ ਨਿਰਣਾ ਕਰਦੇ ਹੋ ਇਹ ਆਦਮੀ ਐਸਾ ਹੈ। ਪੁਰਾਣੇ ਸਮੇਂ 'ਚ ਰਿਸ਼ਤੇ ਕਰਨ ਵਾਲੇ ਵੀ ਇੱਦਾਂ ਹੀ ਕਰਦੇ ਹੁੰਦੇ ਸੀ, ਕਹਿੰਦੇ ਇਹਨਾਂ ਦਾ ਪਿਛੋਕੜ ਦੇਖੋ ਦਾਦਿਆਂ ਪੜਦਾਦਿਆਂ ਦਾ, ਫਿਰ ਇਹਨੂੰ ਦੇਖੋ, ਦੱਸੋ ਉਹ ਬੰਦਾ ਸਾਹਮਣੇ ਖੜ੍ਹਾ ਹੈ, ਉਹਦੇ ਪਿੱਛੇ ਨੂੰ ਜਾਂਦੇ। ਇਹ ਸਾਰਿਆਂ ਨੂੰ ਵੱਡੀ ਮੂੜਤਾ ਹੈ ਮਨੁੱਖ ਦੇ ਵਿੱਚ, ਅਤੇ ਇਹ ਮੂੜਤਾ ਨੂੰ ਲੈ ਕੇ ਸਤਿਪੁਰਖ ਕੋਲ ਵੀ ਆ ਜਾਂਦਾ ਹੈ, ਅਤੇ ਉਹਦਾ ਵੀ ਉਹ ਪਿਛੋਕੜ ਦੇਖਣਾ ਚਾਹੁੰਦਾ ਹੈ। ਜ਼ਿਆਦਾਤਰ ਮੈਂ ਦੇਖਿਆ ਹੈ ਪਹਿਲ ਮਿਲਣ ਵਾਲੇ ਜਿਹੜੇ ਹਨ, ਉਹ ਬਾਹਰ ਦੀਆਂ ਜਾਣਕਾਰੀਆਂ ਹਾਸਿਲ ਕਰਦੇ ਹਨ, ਪਿਛਲੀਆਂ ਜਿਹੜਾ ਲੰਘ ਚੁੱਕਾ ਸਮਾਂ ਹੈ। ਦੇਖੋ ਫਿਰ ਕਮਾਲ ਦੀ ਗੱਲ ਇਹ ਹੈ, ਸਾਧਕ ਗੁਰੂ ਦਾ ਪਿਛੋਕੜ ਜਾਣਨਾ ਚਾਹੁੰਦਾ ਹੈ, ਪਰ ਗੁਰੂ ਸਾਧਕ ਦਾ ਪਿਛੋਕੜ ਜਾਣਦਾ ਹੀ ਨਹੀਂ ਹੈ। ਉਹ ਕਹਿੰਦਾ ਹੈ ਪਿਛਲੇ ਨੂੰ ਗੋਲੀ ਮਾਰੋ, ਜਿਹੜਾ ਲੰਘ ਗਿਆ ਉਸ ਲੰਘ ਗਿਆ ਸਮਾਂ ਹੈ। ਤੁਸੀਂ ਕੈਸੇ ਵੀ ਹੋ, ਚੋਰ ਹੋ, ਠੱਗ ਹੋ, ਕਿੰਨੇ ਵੀ ਤੁਸੀਂ ਪਾਪ ਕੀਤੇ ਹਨ, ਉਹ ਛੱਡੋ। ਉਹ ਤੁਹਾਡਾ ਭਵਿੱਖ ਦੇਖਦਾ, ਅੱਗਾ ਦੇਖਦਾ, ਤੁਸੀਂ ਅੱਗੇ ਸਿੱਧ ਹੋ ਸਕਦੇ ਹੋ, ਤੁਸੀਂ ਵੀ ਜਾਗ ਸਕਦੇ ਹੋ। ਉਹ ਪਿਛੋਕੜ ਦੇਖਦਾ ਹੀ ਨਹੀਂ, ਪੁੱਛਦਾ ਹੀ ਨਹੀਂ। ਪਰ ਜਿਹੜੇ ਉਹਦੇ ਕੋਲ ਆਉਣ ਵਾਲੇ ਹਨ, ਉਹ ਸਤਿਪੁਰਖ ਦਾ ਪਿਛੋਕੜ ਦੇਖਦੇ ਹਨ, ਜਿਹੜਾ ਲੰਘ ਚੁੱਕਾ। ਅਤੇ ਜਿਹੜਾ ਲੰਘ ਚੁੱਕਾ ਉਹ ਤਾਂ ਝੂਠ ਸੀ। ਇਸ ਕਰਕੇ ਸਤਿਪੁਰਖ ਜਦੋਂ ਮੌਜੂਦ ਹੁੰਦੇ ਹਨ, ਉਦੋਂ ਆਪਣਾ ਇਤਿਹਾਸ ਨਹੀਂ ਲਿਖਵਾਉਂਦੇ ਹਨ। ਝੂਠ ਦਾ ਕਾਹਦਾ ਇਤਿਹਾਸ, ਬਲਕਿ ਜੋ ਪਿੱਛੇ ਗੁਜ਼ਰ ਗਿਆ ਹੈ ਉਹ ਝੂਠ ਨਹੀਂ, ਜੋ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੂੰ ਦੇਖ ਰਹੇ ਹੋ, ਉਹਨਾਂ ਦਾ ਬਾਹਰ ਜੋ ਕੁਛ ਵੀ ਹੈ ਕਰਮ, ਉਹ ਸਭ ਹੀ ਝੂਠ ਹੈ। ਇਸੇ ਕਾਰਨ ਹੀ ਤਾਂ ਉਹਨਾਂ ਨੇ ਕਿਹਾ ਹੈ, ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਵੀ ਕੰਮ ਨਾ ਦੇਖੋ ਉਹਦੇ ਬਾਹਰ। ਜੋ ਕਹਿੰਦਾ ਹੈ ਉਹ ਸੱਤ ਹੈ, ਪਰ ਜੋ ਉਹਦੇ ਚਾਰ ਛਪੇਰੇ ਕਰਮ ਘਟ ਰਹੇ ਹਨ ਉਹ ਵਾਸਤਵਿਕ ਨਹੀਂ ਹਨ। ਪਰ ਜਿਹੜਾ ਦੁਨੀਆ 'ਚੋਂ ਆ ਰਿਹਾ ਹੈ ਆਦਮੀ, ਸੰਸਾਰ 'ਚੋਂ ਆ ਰਿਹਾ ਹੈ, ਉਹ ਕਰਮਾਂ ਨੂੰ ਹੀ ਸੱਚ ਮੰਨਦਾ ਹੈ। ਅਕਸਰ ਕੀ ਜ਼ਿਆਦਾਤਰ ਮੈਂ ਦੇਖਿਆ ਹੈ, ਬਾਹਰੋਂ ਕਰਮਾਂ ਨੂੰ ਦੇਖ ਕੇ ਹਿਸਾਬ ਕਿਤਾਬ ਲਾਉਂਦੇ ਹਨ ਸਤਿਪੁਰਖ ਦਾ। ਹੈ ਕਿ ਨਹੀਂ ਮੂੜਤਾ ਵਾਲੀ ਗੱਲ। ਸਤਿਪੁਰਖ ਉਹ ਕਰਮਾਂ ਦੇ ਨਾਲ ਨਹੀਂ ਜੁੜਿਆ ਹੋਇਆ ਹੈ, ਉਹ ਜਾਣਦਾ ਹੈ ਸਭ ਝੂਠ ਹੈ।
ਉਹ ਨਿਰਲੇਪ ਹੈ, ਇਸ ਕਰਕੇ ਉਹ ਨਿਸ਼ਚਿੰਤ ਹੈ। ਪਰ ਬਾਹਰੋਂ ਦੇਖਣ ਵਾਲੇ ਨੂੰ ਥੋੜ੍ਹੀ ਪਤਾ ਲੱਗਦਾ, ਉਹ ਤਾਂ ਬਾਹਰ ਹੀ ਦੇਖਦਾ ਹੈ ਨਾ। ਅਤੇ ਜਿਹੜਾ ਬਾਹਰ ਕਰਮਾਂ ਦਾ ਹਿਸਾਬ ਕਿਤਾਬ ਲਾਉਂਦਾ ਹੈ, ਬਾਹਰ ਉਹਦੇ ਚਾਰ ਚੁਫੇਰੇ ਬਹੁਤ ਸਾਰੇ ਕਰਮ ਹੋ ਰਹੇ ਹਨ, ਉਹਦੇ ਸਰੀਰ ਦੁਆਰਾ ਵੀ ਹੋ ਰਹੇ ਹਨ। ਉਹ ਵੀ ਵਾਸਤਵਿਕ ਨਹੀਂ ਹੈ, ਕਿਉਂਕਿ ਸਰੀਰ ਹੀ ਵਾਸਤਵਿਕ ਨਹੀਂ ਹੈ। ਸਰੀਰ ਤੇ ਮਿਟ ਰਿਹਾ ਹੈ, ਪਰ ਤੁਸੀਂ ਦੇਖ ਰਹੇ ਹੋ ਬਾਹਰ ਸਰੀਰ ਦੇ ਤਲ 'ਤੇ ਉਹ ਬਾਹਰ ਸੰਸਾਰ ਵਿੱਚ ਵਰਤਦਾ ਹੈ, ਪਰ ਉਹਦਾ ਆਪਣਾ ਹੋਣਾ ਸਰੀਰ ਦੇ ਤਲ 'ਤੇ ਨਹੀਂ ਹੁੰਦਾ ਹੈ। ਉਹਦਾ ਆਪਣਾ ਹੋਣਾ ਪਾਰ ਹੁੰਦਾ ਹੈ। ਉਹ ਸਰੀਰ ਦਾ ਉਪਯੋਗ ਸਿਰਫ ਬਾਹਰੋਂ ਸਰੀਰ ਦੇ ਤਲ 'ਤੇ ਜਿਹੜੇ ਭਟਕ ਰਹੇ ਹਨ ਉਹਨਾਂ ਨੂੰ ਮੁਕਤ ਕਰਨ ਵਾਸਤੇ ਕਰਦਾ ਹੈ। ਜਿਹੜਾ ਬਾਹਰੋਂ ਹੀ ਦੇਖਦਾ ਰਹੇਗਾ, ਬਾਹਰ ਹੀ ਸੋਚਦਾ ਰਹੇਗਾ ਉਹਨਾਂ ਦੀ ਬਾਬਤ, ਬਾਹਰੋਂ ਹੀ ਹਿਸਾਬ ਕਿਤਾਬ ਲਾਉਂਦਾ ਰਹੇਗਾ ਉਹਨਾਂ ਦੇ, ਤਾਂ ਉਹ ਉਹਨਾਂ ਨੂੰ ਜਾਣੇਗਾ ਹੀ ਨਹੀਂ। ਉਹ ਬਾਹਰ ਸੰਸਾਰ ਵਿੱਚ ਹੀ ਖੜਾ ਰਹੇਗਾ, ਉਹ ਮਿਟੇਗਾ ਨਹੀਂ, ਉਹ ਸਮਰਪਣ ਨਹੀਂ ਕਰ ਸਕਦਾ ਹੈ। ਜਿਹੜਾ ਬਾਹਰੋਂ ਦੇਖਦਾ ਹੈ ਨਾ ਸਤਿਪੁਰਖ ਨੂੰ, ਇਹ ਗੱਲ ਬਹੁਤ ਜ਼ਰੂਰੀ ਖਿਆਲ ਵਿੱਚ ਰੱਖਣ ਯੋਗ ਹੈ। ਅਗਰ ਤੁਸੀਂ ਲਾਹਾ ਲੈਣਾ ਹੈ ਤਾਂ ਵੀ ਅਗਰ ਤੁਸੀਂ ਜਾਗਰਤ ਪੁਰਸ਼ ਨੂੰ ਬਾਹਰੋਂ ਦੇਖਿਆ, ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਲਾਇਆ, ਤੁਸੀਂ ਸਮਰਪਣ ਨਹੀਂ ਕਰ ਸਕਦੇ ਹੋ।